साध संग नानक जस गायो। जो प्रभ की अत प्यारी। जेता जियो पिंड सब तेरा। तू अंतर जामी पुरख भगवान। दासन दास कहे जन नानक। जेहा तू कराए तेहा हौं करी वखियान। हर आपे ही मत देवै स्वामी। हर आपे बोल बोलावै। सच्चे सतगुरु दसां पातशाहियां दी जोत जुगो जुग अटल। वालीए कुल आलम वालीए कुल कायनात। धन 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 साहिब श्री गुरु ग्रंथ साहिब सच्चे पातशाह जी महाराज। सच्चे सतगुरु जियां दी पावन पवित्र हाजूरी अंदर जुड़ के प्रगट भये गुर तेग बहादुर। सकल श्रिष्ट पै ढाकी चादर। धन 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 साहिब श्री गुरु तेग बहादुर साहिब सच्चे पातशाह जियां दे पावन पवित्र अस्थान गुरुद्वारा सीसगंज साहिब जी विखे सवेर दे दीवान विच हाज़रियां भर के आप जी ने आसा की वार दे कीर्तन श्रवण कीते हन। उपरंत पंजवें गुरुदेव शहीदां दे सरताज शांति दे पुंज रब्बी भाणे नूं मिठा करके मन्नण वाले तत्ती तवी ते बैठ के अरबी बाणी नूं गाउण वाले धन गुरु अर्जन साहिब सच्चे पातशाह जी महाराज। तिन्हां दे मुखार बिंद तो उचारण कीती हुई पावन पवित्र बाणी श्री सुखमनी साहिब लड़ीवार शब्द विचार दे आधीन 20वें सलोक नाल अष्टपदी जिस दे दो पदियां दी विचार पहले दो पदियां दी विचार कल दे समय विच होई। अज अगले दो पदे तीसरा पदा अते चौथे पदे दा पाठ सत्कारयोग भाई साहिब भाई हरनाम सिंह जी हैड ग्रंथी गुरुद्वारा सीसगंज साहिब जी तिन्हां दी रसना तो आप जी ने धन गुरु अर्जन साहिब दाता जी दे पावन पवित्र बचनां दा पाठ श्रवण कीता है। आओ सब तो पहला सच्चे सतगुरु जी दे सन्मुख दोए हथ जोड़ के अरदास करिए। सच्चे सतगुरु जी आप जी ने कृपा कीती।
ਗੁਰਦੇਵ ਦੀ ਬਾਣੀ ਵਿੱਚੋਂ ਇੱਕ ਬੇਨਤੀ ਆਪ ਜੀ ਦੇ ਸਨਮੁਖ ਕਰਾਂ। ਬਾਣੀ ਪੜ੍ਹਦਿਆਂ ਇਹ ਬਚਨ ਸਤਿਗੁਰੂ ਜੀ ਦੀ ਸਨਮੁਖ ਆਉਂਦੇ ਨੇ। ਤੁਮਰੀ ਕਿਰਪਾ ਤੇ ਮਨੁੱਖ ਦੇਹ ਪਾਈ ਹੈ। ਪਰਮੇਸ਼ਰ ਨੇ, ਅਕਾਲ ਪੁਰਖ ਨੇ ਕਿਰਪਾਲਤਾ ਕੀਤੀ, ਮਨੁੱਖਾ ਦੇਹੀ ਦੀ ਪ੍ਰਾਪਤੀ ਹੋਈ। ਦੂਸਰੀ ਅਰਜ਼, ਗੁਰਦੇਵ ਦੀ ਪਾਵਨ ਪਵਿੱਤਰ ਬਾਣੀ ਦਾ ਆਪਾਂ ਪਾਠ ਪੜ੍ਹੀਏ ਤੇ ਬਚਨ ਆਉਣਗੇ, ਤੁਮਰੀ ਕਿਰਪਾ ਤੇ ਭਇਓ ਸਾਧ ਸੰਗ। ਮਨੁੱਖਾ ਦੇਹੀ ਤੋਂ ਬਾਅਦ ਜੇ ਸਤ ਸੰਗਤ ਦੀ ਪ੍ਰਾਪਤੀ, ਸਾਧ ਸੰਗਤ ਦੀ ਪ੍ਰਾਪਤੀ ਹੋਈ ਹੈ ਤੇ ਇਹ ਵੀ ਅਕਾਲ ਪੁਰਖ ਪਰਮਾਤਮਾ ਦੀ ਬਹੁਤ ਵੱਡੀ ਕਿਰਪਾ ਹੈ। ਤੀਸਰਾ ਬਚਨ ਗੁਰਦੇਵ ਦੀ ਬਾਣੀ ਵਿੱਚੋਂ, ਤੁਮਰੀ ਕਿਰਪਾ ਤੇ ਜਪੀਐ ਨਾਉ। ਸਤਿਗੁਰੂ ਜੀ ਜੇ ਸਤ ਸੰਗਤ ਵਿੱਚ ਆ ਕੇ ਆਪ ਜੀ ਦੇ ਸਨਮੁਖ ਬੈਠ ਇਹਨਾਂ ਸਰਵਣਾਂ ਨਾਲ ਜੇ ਗੁਰਬਾਣੀ ਸਰਵਣ ਕਰਨ ਦਾ, ਰਸਨਾ ਦੇ ਨਾਲ ਜੇ ਗੁਰਬਾਣੀ ਪੜ੍ਹਨ ਦਾ ਜੇ ਸੁਭਾਗ ਪ੍ਰਾਪਤ ਹੁੰਦਾ ਤੇ ਇਹ ਵੀ ਆਪ ਜੀ ਦੀ ਬਹੁਤ ਵੱਡੀ ਕਿਰਪਾ ਹੈ। ਸੱਚੇ ਸਤਿਗੁਰੂ ਜੀ ਦੀ ਕਿਰਪਾ ਸਦਕਾ ਆਓ ਧੰਨ ਗੁਰੂ ਅਰਜਨ ਸਾਹਿਬ ਦਾਤਾ ਜੀ ਦੇ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ, ਗੁਰੂ ਕਿਰਪਾ, ਗੁਰੂ ਬਖਸ਼ਿਸ਼, ਗੁਰੂ ਮਿਹਰ ਦੇ ਸਦਕਾ ਆਪ ਜੀ ਨਾਲ ਸਾਂਝੀ ਕਰਾਂ। ਸਾਰੀ ਹੀ ਸੰਗਤ ਇਕਾਗਰਤਾ ਬਖਸ਼ਿਸ਼ ਕਰਦਿਆਂ ਹੋਇਆਂ ਬੁਲੰਦ ਆਵਾਜ਼ ਚੜ੍ਹਦੀ ਕਲਾ ਵਿੱਚ ਫਤਿਹ ਦਾ ਸਿਮਰਨ ਕਰੋ। ਸਾਰੀ ਸੰਗਤ ਮਿਲ ਕੇ ਬੋਲਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਅੱਜ ਤੀਸਰੇ ਪਦੇ ਦੀ ਪਹਿਲੀ ਪੰਕਤੀ ਦੇ ਅੰਦਰ ਸੇਵਕ ਦਾ ਜ਼ਿਕਰ ਕੀਤਾ ਹੈ। ਗੁਰਬਾਣੀ ਅੰਦਰ ਸੇਵਕ, ਗੁਰਬਾਣੀ ਵਿੱਚ ਸੇਵਦਾਰ, ਜਾਂ ਆਪਾਂ ਸੁਭਾਵਿਕ ਬੋਲੀ ਵਿੱਚ ਸ਼ਬਦ ਵਰਤ ਦਿੰਦੇ ਹਾਂ ਸੇਵਾਦਾਰ। ਤੀਸਰੀ ਅਰਜ਼, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀਆਂ ਪੌੜੀਆਂ ਦਾ ਪਾਠ ਪੜ੍ਹੀਏ ਤੇ ਬਚਨ ਆਉਂਦੇ ਨੇ, ਮੁਰੀਦ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਗੱਲਾਂ ਬਾਤਾਂ ਨਾਲ ਸੇਵਕ ਨਹੀਂ ਬਣਿਆ ਜਾਂਦਾ। ਸੇਵਕ ਬਣਨ ਵਾਸਤੇ ਸੇਵਾ ਦੀ ਘਾਲਣਾ ਕਮਾਈ ਕਰਨੀ ਪੈਂਦੀ ਹੈ। ਭਾਈ ਗੁਰਦਾਸ ਜੀ ਨੇ ਸ਼ਬਦ ਵਰਤਿਆ ਮੁਰੀਦ। ਇਤਿਹਾਸ ਦੇ ਪੰਨਿਆਂ ਨੂੰ ਪੜ੍ਹੀਏ, ਇਤਿਹਾਸ ਵਿੱਚੋਂ ਸਾਨੂੰ ਇੱਕ ਸ਼ਬਦ ਹੋਰ ਮਿਲਦਾ ਹੈ। ਉਹ ਸ਼ਬਦ ਹੈ ਟਹਿਲੀਆ। ਧਿਆਨ ਦਿਆ ਜੇ, ਇਤਿਹਾਸ ਦੇ ਪੰਨਿਆਂ ਵਿੱਚੋਂ ਸ਼ਬਦ ਮਿਲਦਾ ਹੈ ਟਹਿਲੀਆ। ਇਤਿਹਾਸ ਦੇ ਪੰਨਿਆਂ ਵਿੱਚ ਬੋਲ ਨੇ, ਸਿੱਖ ਨਹੀਂ ਕੋਈ ਅੰਗਦ ਜਿਹਾ ਹੋਇਆ, ਟਹਿਲੀਆ ਨਹੀਂ ਕੋਈ ਅਮਰਦਾਸ ਜਿਹਾ ਬਣ ਖਲੋਇਆ। ਸਾਕ ਨਹੀਂ ਕੋਈ ਰਾਮਦਾਸ ਜੈਸਾ। ਧੰਨ ਗੁਰੂ ਰਾਮਦਾਸ ਜੀ ਵਰਗਾ ਸਾਕ ਰਿਸ਼ਤੇਦਾਰ, ਪ੍ਰਾਹੁਣਾ ਕਹਿ ਲਈਏ, ਜਵਾਈ ਕਹਿ ਲਈਏ, ਉਹ ਨਹੀਂ ਮਿਲਣਾ। ਕਿਉਂ? ਕਿਉਂਕਿ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬੱਚੀ ਨਾਲ ਰਿਸ਼ਤਾ ਨਾਤਾ ਜੁੜਨ ਤੋਂ ਬਾਅਦ ਵੀ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਘਰ ਨਾਲ ਰਿਸ਼ਤਾ ਨਾਤਾ ਜੁੜਨ ਤੋਂ ਬਾਅਦ ਵੀ ਕਦੇ ਆਪਾਂ ਬੰਸਾਵਲੀ ਨਾਮੇ ਨੂੰ ਪੜ੍ਹ ਕੇ ਵੇਖੀਏ, ਕਹਿਣ ਲੱਗੇ ਭਾਈ ਜੇਠਾ ਜੀ ਦੇ ਚਿੱਤ ਵਿੱਚ, ਜ਼ਿਹਨ ਵਿੱਚ, ਮਨ ਅੰਦਰ ਇੱਕ ਵਾਰ ਵੀ ਖਿਆਲ ਨਹੀਂ ਆਇਆ ਕਿ ਮੈਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਵਾਈ ਹਾਂ। ਬਸ ਚਿੱਤ ਵਿੱਚ ਇੱਕੋ ਹੀ ਖਿਆਲ ਹੈ ਕਿ ਮੈਂ ਧੰਨ ਗੁਰੂ ਅਮਰਦਾਸ ਸਾਹਿਬ ਦਾਤਾ ਜੀ ਦੇ ਦਰ ਘਰ ਦਾ ਸੇਵਕ ਹਾਂ। ਸਾਕ ਨਹੀਂ ਕੋਈ ਰਾਮਦਾਸ ਜੈਸਾ, ਪੁੱਤ ਨਹੀਂ ਕੋਈ ਅਰਜਨ ਵੈਸਾ। ਵਾਪਸ ਵਿਸ਼ੇ ਤੇ ਆ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਸੇਵਕ ਦੀ ਗੱਲ ਕੀਤੀ,
ਧੰਨ ਸੇਵਕ ਵੀ ਗੁਰੂ ਅਰਜਨ ਸਾਹਿਬ ਨੇ ਆਪਣੀ ਬਾਣੀ ਵਿੱਚ ਸ਼ਬਦ ਵਰਤੇ ਹੈ। ਜਦੋਂ ਗੁਰਦੇਵ ਦੀ ਬਾਣੀ ਪੜ੍ਹੀਏ ਤੇ ਬਚਨ ਆਉਂਦੇ ਨੇ, ਧੰਨ ਸੇਵਕ। ਦੂਸਰਾ ਬਚਨ ਹੈ ਸਫਲ ਉਹ ਆਇਆ। ਤੀਸਰਾ ਨਾਲ ਗੁਰਦੇਵ ਨੇ ਬਚਨ ਬਖਸ਼ਿਸ਼ ਕੀਤਾ, ਧੰਨ ਸੇਵਕ ਸਫਲ ਉਹ ਆਇਆ, ਜਿਨ ਨਾਨਕ ਖਸਮ ਪਛਾਤਾ। ਧੰਨ ਸੇਵਕ, ਧੰਨ ਗੁਰੂ ਅਰਜਨ ਸਾਹਿਬ ਜੀ ਨੇ ਇਹ ਬਚਨ ਗੁਰਬਾਣੀ ਵਿੱਚ ਸਾਡੇ ਸਨਮੁਖ ਰੱਖਿਆ। ਸੇਵਕ ਕੀ ਮਨਸਾ ਪੂਰੀ ਪਈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਵਿੱਚੋਂ ਇੱਕ ਛੋਟੀ ਜਿਹੀ ਅਰਜ਼ ਤੁਹਾਡੇ ਅੱਗੇ ਕਰਨ ਲੱਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਦਾਤਾ ਜੀ ਦੇ ਇਤਿਹਾਸ ਨੂੰ ਜਦੋਂ ਆਪਾਂ ਪੜ੍ਹੀਏ, ਬੇਅੰਤ ਐਸੇ ਸਿੱਖ ਨੇ ਗੁਰੂ ਸਾਹਿਬਾਨ ਦੇ ਵੇਲੇ ਹੋਏ, ਜਿਨ੍ਹਾਂ ਨੇ ਸੇਵਾ ਕਰ ਕਰਕੇ ਗੁਰੂ ਸਾਹਿਬ ਦੇ ਕੋਲੋਂ ਵੱਡੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਨੇ। ਜੇ ਆਪਾਂ ਗੁਰੂ ਅਰਜਨ ਸਾਹਿਬ ਦਾਤਾ ਜੀ ਦਾ ਸਮਾਂ ਵੇਖੀਏ, ਸੰਖੇਪ ਜਿਹੀਆਂ ਇਤਿਹਾਸ ਵਿੱਚੋਂ ਬੇਨਤੀਆਂ ਕਰਦੇ ਹਾਂ ਸੇਵਕਾਂ ਦੇ ਪਰਥਾਏ। ਧੰਨ ਗੁਰੂ ਅਰਜਨ ਸਾਹਿਬ ਦਾਤਾ ਜੀ ਦੇ ਸਮੇਂ ਸਿੱਖ ਹੋਏ ਨੇ ਭਾਈ ਸਾਹਿਬ ਭਾਈ ਮੰਝ ਜੀ, ਤੇ ਬਖਸ਼ਿਸ਼ ਕਿੱਡੀ ਵੱਡੀ ਮਿਲੀ ਆ ਉਹਨਾਂ ਨੂੰ ਭਲਾ। ਮੰਝ ਪਿਆਰਾ ਗੁਰੂ ਕੋ। ਸੇਵਾ ਕਰਦਿਆਂ ਕਰਦਿਆਂ ਸੇਵਕ ਨੂੰ ਇਹ ਦਾਤ, ਇਹ ਬਖਸ਼ਿਸ਼ ਗੁਰੂ ਅਰਜਨ ਸਾਹਿਬ ਤੋਂ ਪ੍ਰਾਪਤ ਹੋਈ। ਮੰਝ ਪਿਆਰਾ ਗੁਰੂ ਕੋ, ਗੁਰ ਮੰਝ ਪਿਆਰਾ, ਨਾਲ ਬਚਨ ਬਖਸ਼ਿਸ਼ ਕੀਤੇ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣਹਾਰਾ। ਜੇ ਆਪਾਂ ਭਾਈ ਬਹਿਲੋ ਜੀ ਦਾ ਜੀਵਨ ਪੜ੍ਹੀਏ, ਭਾਈ ਬਹਿਲੋ ਜੀ, ਧੰਨ ਗੁਰੂ ਅਰਜਨ ਸਾਹਿਬ ਨੇ ਕਹਿ ਦਿੱਤਾ ਸੀ, ਕਹਿਣ ਲੱਗੇ ਭਾਈ ਬਹਿਲੋ ਸਭ ਤੋਂ ਪਹਿਲੋਂ। ਜੇ ਆਪਾਂ ਭਾਈ ਲੰਗਾ ਜੀ ਦਾ ਜੀਵਨ ਪੜ੍ਹੀਏ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਹਿ ਦਿੱਤਾ, ਕਹਿਣ ਲੱਗੇ ਲੰਗਾ ਚੌਧਰੀ ਤਾਂ ਬਹੁਤ ਵੇਖੇ, ਪਰ ਤੇਰੇ ਵਰਗਾ ਨਹੀਂ ਵੇਖਿਆ ਜਿਹਨੇ ਚੌਧਰ ਨੂੰ ਪਾਸੇ ਕਰਕੇ ਸੇਵਾ ਕੀਤੀ ਹੋਵੇ। ਵੱਡੀਆਂ ਬਖਸ਼ਿਸ਼ਾਂ ਧੰਨ ਗੁਰੂ ਅਰਜਨ ਸਾਹਿਬ ਦਾਤਾ ਜੀ ਤੋਂ ਇਹਨਾਂ ਸੇਵਕਾਂ ਨੇ ਪ੍ਰਾਪਤ ਕੀਤੀਆਂ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਇੱਕ ਸਿੱਖ ਹੋਏ ਨੇ, ਜਿਨ੍ਹਾਂ ਦਾ ਨਾਂ ਇਤਿਹਾਸ ਦੇ ਪੰਨਿਆਂ ਵਿੱਚ ਆਉਂਦਾ, ਭਾਈ ਝੰਡਾ ਜੀ। ਇੱਕ ਦਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਨੇ, ਭਾਈ ਝੰਡਾ ਜੀ, ਸਿੱਖ ਸੰਗਤਾਂ ਨੂੰ ਕਹੋ ਕਿ ਲੰਗਰ ਦੇ ਲਈ ਬਾਲਣ ਦੀ ਜ਼ਰੂਰਤ ਹੈ, ਲੰਗਰ ਲਈ ਲੱਕੜਾਂ ਦੀ ਜ਼ਰੂਰਤ ਹੈ। ਜਿਹੜਾ ਲੰਗਰ ਵਿੱਚ ਲਿਆ ਕੇ ਲੱਕੜਾਂ ਪਾਏਗਾ ਉਹ ਨਿਹਾਲੋ ਨਿਹਾਲ ਹੋ ਜਾਏਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਬਚਨ ਕਹੇ। ਭਾਈ ਝੰਡਾ ਜੀ ਨੇ ਸਿੱਖ ਸੰਗਤਾਂ ਨੂੰ ਸੁਨੇਹਾ ਲਾਇਆ ਗੁਰੂ ਸਾਹਿਬਾਨ ਦਾ। ਸੁਨੇਹਾ ਲਾਉਣ ਤੋਂ ਬਾਅਦ ਚਲੇ ਗਏ, ਲੱਕੜਾਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਲੱਕੜਾਂ ਇਕੱਠੀਆਂ ਕਰਨ ਤੋਂ ਬਾਅਦ ਲੱਕੜਾਂ ਢੋਣੀਆਂ ਸ਼ੁਰੂ ਕਰ ਦਿੱਤੀਆਂ। ਸੇਵਾ ਕਰਦਿਆਂ ਕਰਦਿਆਂ ਸੇਵਕ ਸੇਵਾ ਵਿੱਚ ਲੱਗਾ। ਸੇਵਾ ਕਰਦਿਆਂ ਕਰਦਿਆਂ ਗੁਰੂ ਦਰਬਾਰ ਵਿੱਚ ਹਾਜ਼ਰ ਨਹੀਂ ਹੋ ਸਕੇ, ਤੇ ਦਿਨ ਵਿੱਚ ਉਹਨਾਂ ਨੇ ਆਰਾਮ ਕਰ ਲੈਣਾ ਥੋੜ੍ਹਾ ਜਿਹਾ, ਫਿਰ ਸੇਵਾ ਵਿੱਚ ਲੱਗ ਜਾਣਾ। ਸਿੱਖਾਂ ਨੇ ਵੇਖਣਾ ਕਿ ਭਾਈ ਝੰਡਾ ਜੀ ਉੱਠਦੇ ਹੀ ਨਹੀਂ, ਆਰਾਮ ਵਿੱਚ ਪਏ ਰਹਿੰਦੇ ਨੇ, ਆਰਾਮ ਕਰਦੇ ਰਹਿੰਦੇ ਨੇ। ਛੋਟੀ ਜਿਹੀ ਇੱਕ ਗੱਲ ਇੱਥੇ ਚੇਤੇ ਰੱਖਿਓ, ਬਸ ਭਾਈ ਝੰਡੇ ਦਾ ਇਹ ਸੁਭਾਅ ਸੀ ਕਿ ਸੇਵਾ ਕਰਾਂ, ਮੈਨੂੰ ਸੇਵਾ ਕਰਦੇ ਨੂੰ ਕੋਈ ਵੇਖ ਨਾ ਲਵੇ, ਮੇਰੀ ਸੇਵਾ ਕਿਤੇ ਦਿਖਾਵਾ ਨਾ ਬਣ ਜਾਏ। ਆਹ ਨੁਕਤਾ ਸਮਝਣ ਯੋਗ ਹੈ। ਭਾਈ ਝੰਡਾ ਜੀ ਉਹਨਾਂ ਨੇ ਸੇਵਾ ਕਰਨੀ, ਜਦੋਂ ਬਾਕੀ ਸਿੱਖਾਂ ਨੇ ਆਰਾਮ ਕਰਦੇ ਹੋਣਾ ਉਹਨਾਂ ਨੇ ਸੇਵਾ ਕਰਨੀ, ਜਦੋਂ ਬਾਕੀ ਸਿੱਖਾਂ ਨੇ ਉੱਠਣਾ ਉਹਨਾਂ ਨੇ ਸੇਵਾ ਕਰਕੇ ਆਰਾਮ ਕਰਨ ਲੱਗ ਪੈਣਾ। ਇੱਦਾਂ ਇੱਕ ਦਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਦਾਤਾ ਜੀ ਮਹਾਰਾਜ ਕਹਿੰਦੇ, ਭਾਈ ਝੰਡਾ ਜੀ ਨਜ਼ਰ ਨਹੀਂ ਆਉਂਦੇ।
ਇੱਕ ਸਿੱਖ ਨੇ ਭਾਈ ਝੰਡਾ ਜੀ ਨੂੰ ਅੰਮ੍ਰਿਤ ਵੇਲੇ ਉੱਠ ਕੇ ਸਮੇਂ ਸਿਰ ਉੱਠ ਕੇ ਜਾਂਦਿਆਂ ਸੇਵਾ ਕਰਦਿਆਂ ਵੇਖ ਲਿਆ। ਉੱਠ ਕੇ ਕਹਿੰਦਾ ਮਹਾਰਾਜ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਦਾਤਾ, ਜਿਸ ਦਿਨ ਦਾ ਆਪ ਜੀ ਨੇ ਸੁਨੇਹਾ ਲਾਇਆ, ਹੁਕਮ ਲਾਇਆ ਕਿ ਲੰਗਰ ਲਈ ਜਿਹੜਾ ਲੱਕੜਾਂ ਲਿਆਏਗਾ, ਸੇਵਾ ਕਰੇਗਾ, ਲੰਗਰ ਵਿੱਚ ਲਿਆ ਕੇ ਲੱਕੜਾਂ ਪਾਏਗਾ, ਉਹ ਨਿਹਾਲੋ ਨਿਹਾਲ ਹੋ ਜਾਏਗਾ। ਭਾਈ ਝੰਡਾ ਜੀ ਦਿਨ ਰਾਤ ਸੇਵਾ ਵਿੱਚ ਲੱਗੇ ਹੋਏ ਨੇ। ਸਤਿਗੁਰੂ ਜੀ ਨੇ ਸਿੱਖਾਂ ਨੂੰ ਭੇਜ ਕੇ ਸਿੱਖਾਂ ਨੂੰ ਸੁਨੇਹਾ ਭੇਜ ਕੇ ਤੇ ਭਾਈ ਝੰਡਾ ਜੀ ਨੂੰ ਬੁਲਵਾਇਆ। ਕੋਲ ਬੁਲਵਾ ਕੇ ਗਲਵਕੜੀ ਵਿੱਚ ਲਿਆ, ਕਹਿਣ ਲੱਗੇ ਭਾਈ ਝੰਡਾ ਜੀ, ਤੁਹਾਨੂੰ ਥੋੜ੍ਹੀ ਕਿਹਾ ਸੀ ਸੇਵਾ ਕਰਨ ਵਾਸਤੇ, ਤੁਸੀਂ ਤੇ ਜਥੇਦਾਰ ਹੋ, ਤੁਹਾਨੂੰ ਤੇ ਸੁਨੇਹਾ ਲਾਇਆ ਸੀ ਕਿ ਸਿੱਖ ਸੰਗਤਾਂ ਨੂੰ ਕਹੋ। ਤੇ ਹੱਥ ਜੋੜ ਕੇ ਕਹਿਣ ਲੱਗੇ, ਦਾਤਾ ਜਥੇਦਾਰ ਤੇ ਮੈਂ ਬਾਅਦ ਵਿੱਚ ਆ, ਮੈਂ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰ ਘਰ ਦਾ ਸੇਵਾਦਾਰ ਸਭ ਤੋਂ ਪਹਿਲਾਂ ਹਾਂ। ਸੇਵਕ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ ਬੇਅੰਤ ਸੇਵਕ ਨੇ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਅੱਜ ਕਿਰਪਾ ਕਰਦੇ ਨੇ। ਤੀਸਰੇ ਪਦੇ ਦੀ 20ਵੀਂ ਅਸ਼ਟਪਦੀ ਦੇ ਤੀਸਰੇ ਪਦੇ ਦੀ ਪਹਿਲੀ ਪੰਕਤੀ ਵਿੱਚ ਸੇਵਕ ਕੀ ਮਨਸਾ ਪੂਰੀ ਪਈ। ਸੇਵਕ ਦੇ ਮਨ ਵਿੱਚ ਜਿਹੜੀ ਆਸਾ ਸੀ, ਜਿਹੜਾ ਖਿਆਲ ਸੀ, ਜਿਹੜਾ ਫੁਰਨਾ ਸੀ, ਉਹ ਮਾਲਕ ਨੇ, ਅਕਾਲ ਪੁਰਖ ਨੇ, ਪਰਮਾਤਮਾ ਨੇ ਪੂਰਿਆਂ ਕਰ ਦਿੱਤਾ। ਸਤਿਗੁਰ ਤੇ ਨਿਰਮਲ ਮਤ ਲਈ। ਛੋਟੀ ਜਿਹੀ ਕਰਜ, ਕਦੇ ਆਪਣੇ ਆਪ ਨੂੰ ਜਾਂ ਕਦੇ ਸੱਚੇ ਸਤਿਗੁਰੂ ਜੀ ਨੂੰ ਪੁੱਛਿਓ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਪੁੱਛੋ, ਸਤਿਗੁਰੂ ਜੀ ਦੇ ਕੋਲ ਕੀ ਲੈਣ ਲਈ ਆਈਦਾ? ਇਹ ਗੱਲ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੁੱਛਣੀ ਹੈ। ਸਤਿਗੁਰੂ ਜੀ ਦੇ ਕੋਲ ਕੀ ਲੈਣ ਆਈਦਾ? ਗੁਰਦੇਵ ਨੇ ਬਾਣੀ ਵਿੱਚ ਕਿਰਪਾ ਕੀਤੀ। ਪਹਿਲਾ ਬਚਨ ਕਹਿਣ ਲੱਗੇ, ਪਿਆਰਿਆ ਸਤਿਗੁਰੂ ਦੇ ਕੋਲ ਸੋਝੀ ਲੈਣ ਵਾਸਤੇ ਆਈਦਾ। ਸਤਿਗੁਰ ਤੇ ਸੋਝੀ ਪਾਈ। ਸਾਰੀ ਸੰਗਤ ਇੱਕ ਵਾਰ ਕਿਰਪਾ ਕਰ ਦਿਓ, ਸਤਿਗੁਰ ਤੇ ਸੋਝੀ ਪਾਈ। ਫਿਰ ਕਿਰਪਾ ਕਰੋ, ਬਖਸ਼ਿਸ਼ ਕਰੋ ਇੱਕ ਵਾਰ, ਸਤਿਗੁਰ ਤੇ ਸੋਝੀ। ਸੋਝੀ ਲੈਣ ਲਈ ਆਈਦਾ ਗੁਰੂ ਕੋਲ। ਪੁੱਛੋ, ਧੰਨ ਗੁਰੂ ਅਰਜਨ ਸਾਹਿਬ ਦਾਤਾ ਜੀ ਮਹਾਰਾਜ ਕੀ ਲੈਣ ਆਈਦਾ ਗੁਰੂ ਕੋਲੋਂ? ਆਵਾਜ਼ ਦੇ ਕੇ ਕਹਿੰਦੇ ਪਿਆਰਿਆ, ਗੁਰੂ ਦੇ ਕੋਲੋਂ ਆਪਾਂ ਰੋਜ਼ਾਨਾ ਪੜ੍ਹਦੇ ਵੀ ਹਾਂ, ਸੁਣਦੇ ਵੀ ਹਾਂ, ਗੁਰ ਕੀ ਮੱਤ ਤੂੰ ਲੇਹ ਏ ਆਨੇ। ਗੁਰੂ ਕੋਲ ਮੱਤ ਲੈਣ ਆਈਦਾ, ਗੁਰੂ ਵਾਲੀ ਮੱਤ ਲੈਣ ਆਈਦਾ, ਗੁਰੂ ਕੋਲ ਸੋਝੀ ਲੈਣ ਆਈਦਾ। ਤੀਸਰੀ ਅਰਜ਼ ਤੁਹਾਡੇ ਅੱਗੇ ਕਰਾਂ, ਫਿਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੁੱਛੋ, ਮਹਾਰਾਜ ਹੋਰ ਬਖਸ਼ਿਸ਼ ਕਰੋ। ਸਤਿਗੁਰੂ ਜੀ ਕਹਿੰਦੇ, ਪਿਆਰਿਆ ਗੁਰੂ ਦੇ ਕੋਲੋਂ ਜ਼ਿੰਦਗੀ ਜਿਉਣ ਦਾ ਚੱਜ ਲੈਣ ਆਈਦਾ। ਬਚਨ ਹਨ, ਗੁਰ ਮਿਲ ਚੱਜ ਆਚਾਰ ਸਿੱਖ। ਗੁਰੂ ਨੂੰ ਮਿਲ ਕੇ ਜ਼ਿੰਦਗੀ ਜਿਉਣ ਦਾ ਚੱਜ ਅਤੇ ਕਿਰਦਾਰ ਸਿੱਖ ਲੈ। ਜਿਸ ਦਿਨ ਇਹ ਦੋ ਗੱਲਾਂ ਸਿੱਖ ਲੀਆਂ, ਗੁਰੂ ਗ੍ਰੰਥ ਸਾਹਿਬ ਨੇ ਸੁਨੇਹਾ ਦਿੱਤਾ, ਤੈਨੂੰ ਕਦੇ ਵੀ ਦੁੱਖ ਨਹੀਂ ਲੱਗਣ ਦਿਆਂਗਾ, ਤੈਨੂੰ ਕਦੇ ਦੁੱਖ ਨਹੀਂ ਲੱਗਣ ਦਿਆਂਗਾ। ਤੇ ਨਾਲ ਦੀ ਨਾਲ ਹੋਰ ਅਰਜ਼ ਕਰਾਂ, ਗੁਰਬਾਣੀ ਵਿੱਚ ਜਦੋਂ ਮੱਤ ਦੇ ਪ੍ਰਥਾਏ ਆਪਾਂ ਪੜਾਂਗੇ ਨਾ, 3 ਤਰ੍ਹਾਂ ਦੀ ਮੱਤ ਦਾ ਜ਼ਿਕਰ ਆਉਂਦਾ ਹੈ। ਪਹਿਲੀ ਮੱਤ ਹੈ ਗੁਰ ਕੀ ਮੱਤ, ਗੁਰਮਤ। ਦੂਸਰੀ ਮੱਤ ਹੈ ਮਨ ਕੀ ਮੱਤ, ਇਹ ਤਿਆਗਣੀ ਹੈ। ਤੀਸਰੀ ਮੱਤ ਹੈ ਦੁਰਮਤ, ਦੱਦੇ ਔਂਕੜ ਰਾਰਾ ਦੁਰਮਤ। ਉਹ ਮੱਤ ਜਿਹੜੀ ਸੰਸਾਰ ਵਿੱਚ ਦੁਰ ਕਰਵਾ ਦੇ। ਉਹ ਮੱਤ ਜਿਸ ਮੱਤ ਦੇ ਧਾਰਨੀ ਮਨੁੱਖ ਜੇ ਹੋ ਜਾਵੇ, ਇੱਦਾਂ ਦੇ ਕਰਮ ਕਰ ਬੈਠਦਾ ਕਿ ਉਹਦਾ ਸਿਰ ਜਿਹੜਾ ਹੈ ਸ਼ਰਮ ਦੇ ਨਾਲ ਝੁਕ ਜਾਂਦਾ ਹੈ। ਉਹਨੂੰ ਕਹਿੰਦੇ ਨੇ ਦੁਰਮਤ। ਤੇ ਤੁਹਾਡੇ ਅੱਗੇ ਇਹ ਵੀ ਅਰਜ਼ ਕਰਦੇ ਹਾਂ, ਗੁਰੂ ਦੀ ਮੱਤ ਦੇ ਧਾਰਨੀ ਹੋਣੇ
ਮਨ ਦੀ ਮੱਤ ਨੂੰ ਤਿਆਗਣਾ। ਫਿਰ ਗੁਰਦੇਵ ਦੀ ਬਾਣੀ ਵਿੱਚੋਂ ਆਪਾਂ ਬਚਨ ਲੈ ਲਈਏ, ਮਨ ਕੀ ਮਤ ਤਿਆਗੋ ਹਰ ਜਨ, ਇਹਾ ਬਾਤ ਕਠੈਨੀ। ਕਹਿਣ ਲੱਗੇ ਇਹੀ ਗੱਲ ਤਾਂ ਸੱਜਣਾ ਔਖੀ ਹੈ ਵੀ ਮਨ ਦੀ ਮੱਤ ਬੰਦਾ ਛੱਡਣ ਨੂੰ ਤਿਆਰ ਨਹੀਂ ਹੁੰਦਾ। ਇਹਨੂੰ ਆਪਾਂ ਸੌਖੇ ਸ਼ਬਦਾਂ ਵਿੱਚ ਕਹਿਣਾ ਹੋਵੇ ਤੇ ਬੰਦਾ ਮਨ ਮਰਜ਼ੀਆਂ ਛੱਡਣ ਨੂੰ ਤਿਆਰ ਨਹੀਂ ਹੁੰਦਾ। ਇਹਨੂੰ ਮਨ ਮਰਜ਼ੀਆਂ ਛੱਡਣੀਆਂ ਬੜੀਆਂ ਔਖੀਆਂ ਲੱਗਦੀਆਂ ਨੇ। ਇਹ ਮਨ ਮਰਜ਼ੀਆਂ ਛੱਡਣ ਨੂੰ ਨਾ ਭਾਈ ਗੁਰਦਾਸ ਜੀ ਨੇ ਆਖਿਆ ਸੀ ਮੁਰਦਾ ਹੋਏ ਮੁਰੀਦ। ਯਾਦ ਰੱਖਿਓ, ਇਹ ਮਨ ਕੀ ਮਤ ਤਿਆਗੋ ਹਰ ਜਨ ਇਹਾ ਬਾਤ ਕਠੈਨੀ। ਜਾਂ ਗੁਰਬਾਣੀ 'ਚ ਹੋਰ ਪ੍ਰਮਾਣ ਨੇ, ਤਿਆਗ ਹੈ ਮਨ ਕੀ ਮਤੜੀ। ਇਹਨੂੰ ਤਿਆਗਣਾ ਪੈਂਦਾ, ਛੱਡਣਾ ਪੈਂਦਾ ਮਨ ਦੀ ਮਤ ਨੂੰ, ਮਨ ਮਰਜ਼ੀਆਂ ਨੂੰ। ਤੀਸਰੀ ਬੇਨਤੀ, ਵੱਡ ਪਾਗੀ ਸਾਧ ਸੰਗ ਪ੍ਰਾਪਤ। ਕਿਰਪਾ ਕਰੋ ਜੀ ਇੱਕ ਵਾਰ, ਵੱਡ ਪਾਗੀ ਸਾਧ ਸੰਗ। ਤੇ ਕੀ ਹੁੰਦਾ ਜੀ ਫਿਰ ਜਦੋਂ ਸਤ ਸੰਗਤ ਪ੍ਰਾਪਤ ਹੁੰਦੀ ਹੈ, ਜਦੋਂ ਸ਼ਬਦ ਨਾਲ ਜੁੜਦੇ ਹਾਂ, ਜਦੋਂ ਬਾਣੀ ਨਾਲ ਜੁੜਦੇ ਹਾਂ, ਗੁਰੂ ਕੇ ਉਪਦੇਸ਼ ਨਾਲ ਜੁੜਦੇ ਹਾਂ, ਫਿਰ ਕੀ ਹੁੰਦਾ ਹੈ? ਵੱਡ ਪਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਦੁਰਮਤ ਖੋਈ। ਜਿਹੜੀ ਮਾੜੀ ਮੱਤ ਹੈ, ਜਿਸ ਮਾੜੀ ਮੱਤ ਨੇ ਬੰਦੇ ਕੋਲੋਂ ਮਾੜੇ ਕਰਮ ਕਰਵਾਉਣੇ ਹੁੰਦੇ ਨੇ, ਉਸ ਦੁਰਮਤ ਦਾ ਖਾਤਮਾ ਹੋ ਜਾਂਦਾ ਹੈ ਜਦੋਂ ਸਤ ਸੰਗਤ ਵਿੱਚ ਆ ਕੇ ਆਪਾਂ ਸ਼ਬਦ ਨਾਲ ਜੁੜਦੇ ਹਾਂ। ਤੇ ਫਿਰ ਸਤਿਗੁਰ ਤੇ ਨਿਰਮਲ ਮਤ ਲਈ। ਹੁਣ ਗੱਲ ਗੁਰਮਤ ਤੋਂ ਸ਼ੁਰੂ ਹੋਈ ਤੇ ਗੱਲ ਨਿਰਮਲ ਮਤ ਤੇ ਆ ਗਈ। ਹੁਣ ਮਤ ਜਿਹੜੀ ਹੈ ਸ਼ਬਦ ਨਾਲ ਜੁੜ, ਬਾਣੀ ਨਾਲ ਜੁੜ, ਨਿਰਮਲ ਹੋ ਗਈ। ਸੇਵਕ ਨਿਰਮਲ ਮਤ ਦਾ ਧਾਰਨੀ ਹੈ। ਨਿਰਮਲ ਮਤ ਕਿੱਦਾਂ ਦੀ ਹੁੰਦੀ ਹੈ? ਜਦੋਂ ਨਿਰਮਲ ਮਤ ਦੀ ਆਪਾਂ ਵਿਆਖਿਆ ਕਰਨੀ ਹੋਵੇ ਗੁਰਬਾਣੀ ਵਿੱਚੋਂ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਆਪਾਂ ਪਾਵਨ ਪੁੱਤਰ ਬਚਨ ਲੈ ਲਈਏ, ਰੋਜ਼ਾਨਾ ਪੜ੍ਹਦੇ ਹਾਂ। ਸਾਰੀ ਸੰਗਤ ਕਿਰਪਾ ਕਰਿਓ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ। ਕਿਵੇਂ ਹੋਏ ਜੀ? ਸਤਿਗੁਰ ਤੇ ਕਰਨੀ ਕਮਾਣੀ। ਕਰੋ ਕਿਰਪਾ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖਟਿਆ, ਭਲੇ ਸੇਵਣ ਜਾਰੇ, ਕਹੈ ਨਾਨਕ ਜਿਨ ਮਨ ਨਿਰਮਲ, ਸਦਾ ਰਹੈ ਸਦਾ ਰਹੈ ਗੁਰ ਨਾਲੇ। ਇਸ ਮਤ ਦਾ ਧਾਰਨੀ ਸੇਵਕ ਸਤਿਗੁਰ ਤੇ ਨਿਰਮਲ ਮਤ ਲਈ, ਸੱਚੇ ਸਤਿਗੁਰੂ ਜੀ ਦੇ ਕੋਲੋਂ ਨਿਰਮਲ ਮਤ ਧਾਰਨ ਕਰ ਲਈ। ਜਨ ਕਉ ਪ੍ਰਭ ਹੋਇਓ ਦਇਆਲ। ਪਰਮਾਤਮਾ ਆਪਣੇ ਜਨ ਤੇ ਜਨ ਦਾ ਜੇ ਆਪਾਂ ਅੱਖਰੀ ਅਰਥ ਕਰੀਏ ਤੇ ਜਨ ਦਾ ਅਰਥ ਹੈ ਜੁੜਿਆ ਹੋਇਆ। ਥੋੜ੍ਹਾ ਜਿਹਾ ਸੁਖਮਨੀ ਸਾਹਿਬ ਦੀ ਬਾਣੀ ਵਿੱਚੋਂ ਇੱਕ ਬੇਨਤੀ ਅਰਜ਼ ਤੁਹਾਡੇ ਅੱਗੇ ਕਰਾਂ। ਧੰਨ ਗੁਰੂ ਅਰਜਨ ਸਾਹਿਬ ਦਾਤਾ ਜੀ ਮਹਾਰਾਜ ਸੁਖਮਨੀ ਸਾਹਿਬ ਦੇ ਅੰਦਰ ਵਾਰ-ਵਾਰ ਨਮਸਕਾਰ ਕਰਦੇ ਨੇ। ਵਾਰ-ਵਾਰ ਪੰਜਵੀਂ ਅਸ਼ਟਪਦੀ ਦਾ ਆਪਾਂ ਪਾਠ ਪੜ੍ਹੀਏ ਤੇ ਬਚਨ ਆਉਣਗੇ, ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਂ ਕਉ ਕੀਜੈ ਸਦ ਨਮਸਕਾਰਾ। ਅੱਠਵੀਂ ਅਸ਼ਟਪਦੀ ਦਾ ਆਪਾਂ ਪਾਠ ਪੜ੍ਹੀਏ, ਧੰਨ ਗੁਰੂ ਅਰਜਨ ਸਾਹਿਬ ਦਾਤਾ ਜੀ ਬਚਨ ਬਖਸ਼ਿਸ਼ ਕਰਦੇ ਨੇ, ਨਾਨਕ ਤਿਸ ਬ੍ਰਹਮ ਗਿਆਨੀ ਕਉ ਸਦਾ ਨਮਸਕਾਰ। ਕਿਰਪਾ ਕਰੋ, ਨਾਲ ਨਾਲ ਸੌਖੇ ਬਚਨ ਨੇ। ਨਾਨਕ ਤਿਸ ਬ੍ਰਹਮ ਗਿਆਨੀ ਕਉ ਸਦਾ ਨਮਸਕਾਰ। ਜੇ ਆਪਾਂ ਨੌਵੀਂ ਅਸ਼ਟਪਦੀ ਪੜ੍ਹੀਏ, ਉੱਥੇ ਵੀ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਜੇ ਆਪਾਂ 23ਵੀਂ ਅਸ਼ਟਪਦੀ ਦਾ ਪਾਠ ਪੜ੍ਹੀਏ, ਜਦੋਂ ਬਚਨ ਆਉਂਦੇ ਨੇ, ਜਨ ਆਵਨ ਕਾ ਇਹ ਹੈ ਸੁਆਉ,
ਜਨ ਕੈ ਸੰਗ ਚਿਤ ਆਵੈ ਨਾਉ। ਕਿਰਪਾ ਕਰੋ ਨਾਲ ਨਾਲ ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਤਿਸ ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਜਨ ਦਾ ਜ਼ਿਕਰ ਕੀਤਾ, ਜਨ ਜੁੜਿਆ ਹੋਇਆ ਪਰਮਾਤਮਾ ਨਾਲ, ਜਨ ਜੁੜਿਆ ਹੋਇਆ ਗੁਰ ਸ਼ਬਦ ਨਾਲ, ਗੁਰਬਾਣੀ ਨਾਲ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਨਾਲ। ਜਨ ਜੁੜਿਆ ਹੋਇਆ, ਜਨ ਦਾ ਅਰਥ ਹੈ ਜੁੜਿਆ ਹੋਇਆ ਗੁਰੂ ਕੇ ਬਖਸ਼ਿਸ਼ ਕੀਤੇ ਹੋਏ ਕਕਾਰਾਂ ਨਾਲ, ਖੰਡੇ ਬਾਟੇ ਦੀ ਪਹੁਲ ਨਾਲ, ਨਿਤ ਨੇਮ ਨਾਲ, ਰਹਿਤਾਂ ਦਾ ਧਾਰਨੀ ਜੁੜਿਆ ਹੋਇਆ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਹੋਰ ਨੁਕਤਾ ਇੱਕ ਆਪਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚੋਂ ਤੁਹਾਡੇ ਅੱਗੇ ਰੱਖਦੇ ਹਾਂ। ਜਦੋਂ 24ਵੀਂ ਅਸ਼ਟਪਦੀ ਦਾ ਪਾਠ ਪੜ੍ਹਦੇ ਹਾਂ, ਜਦੋਂ ਪਹਿਲਾ ਪਦਾ ਪੜ੍ਹਿਆ ਜਾਂਦਾ, ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਆਸ ਅਨਿਤ ਤਿਆਗ ਹੋ ਤਰੰਗ, ਸੰਤ ਜਨਾਂ ਕੀ ਤੂਰ ਮਨ ਮੰਗ, ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ, ਹਰ ਧਨ ਕੇ ਭਰ ਲੇਹੋ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਗੁਰ ਪੂਰੇ ਨਮਸਕਾਰ। ਬੇਅੰਤ ਵਾਰੀ, ਇਵੇਂ ਬੇਅੰਤ ਵਾਰ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਨਮਸਕਾਰ ਕੀਤੀ ਹੈ। ਕਦੇ ਪ੍ਰਮਾਤਮਾ ਨੂੰ, ਕਦੇ ਜਨ ਨੂੰ, ਕਦੇ ਬ੍ਰਹਮ ਗਿਆਨੀ ਨੂੰ, ਕਦੇ ਪੂਰੇ ਗੁਰੂ ਨੂੰ। ਧੰਨ ਗੁਰੂ ਅਰਜਨ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਜਨ ਕਉ ਪ੍ਰਭ ਹੋਇਓ ਦਇਆਲ। ਆਪਣੇ ਜਨ ਦੇ ਉੱਤੇ ਪ੍ਰਮਾਤਮਾ ਬੜਾ ਦਇਆਲ ਹੁੰਦਾ ਹੈ। ਤੇ ਜਦੋਂ ਫਿਰ ਦਇਆਲ ਹੁੰਦਾ ਪ੍ਰਮਾਤਮਾ, ਜਦੋਂ ਦਇਆਲ ਹੁੰਦਾ ਹੈ ਸੱਚਾ ਸਤਿਗੁਰੂ, ਤੇ ਬਾਣੀ ਵਿੱਚ ਆਪਾਂ ਕੀ ਪੜ੍ਹਦੇ ਹਾਂ? ਸਤਿਗੁਰ ਹੋਏ ਦਇਆਲ ਤਾਂ ਸ਼ਰਧਾ, ਚੜ੍ਹਦੀ ਕਲਾ ਵਿੱਚ ਕਿਰਪਾ ਕਰ ਦਿਓ। ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀਐ, ਸਤਿਗੁਰ ਹੋਏ ਦਇਆਲ ਨਾ ਕਬਹੂ ਝੂਰੀਐ। ਮੁੱਕ ਜਾਂਦਾ ਫਿਰ ਝੂਰਨਾ। ਸਾਰੀਆਂ ਸ਼ਰਧਾ ਜਿਹੜੀਆਂ ਨੇ ਸੱਚਾ ਸਤਿਗੁਰੂ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਪੂਰੀਆਂ ਕਰ ਦਿੰਦਾ ਹੈ। ਜਨ ਕਉ ਪ੍ਰਭ ਹੋਇਓ ਦਇਆਲ, ਸੇਵਕ ਕੀਨੋ ਸਦਾ ਨਿਹਾਲ, ਬੰਧਨ ਕਾਟ ਮੁਕਤ ਜਨ ਭਇਆ। ਸੇਵਕ ਨੂੰ ਨਿਹਾਲ ਕਰਕੇ ਰੱਖ ਦਿੱਤਾ, ਚੜ੍ਹਦੀ ਕਲਾ ਹੋ ਗਈ ਸੇਵਕ ਦੀ। ਬੰਧਨ ਕਾਟ, ਬੰਧਨ ਕੱਟੇ ਗਏ ਸੇਵਕ ਦੇ ਸਾਰੇ। ਮੁਕਤ ਜਨ ਭਇਆ, ਜਿਹੜਾ ਜਨ ਹੈ, ਜਿਹੜਾ ਸੇਵਕ ਹੈ, ਜਿਹੜਾ ਜੁੜਿਆ ਹੋਇਆ ਹੈ, ਜਿਹੜਾ ਗੁਰੂ ਦੇ ਦਰ ਨਾਲ ਜੁੜ ਕੇ ਸੇਵਾ ਕਰਦਾ ਹੈ। ਕਰਤਾਰ ਸਿੰਘ ਬਲੱਗਣ ਜੀ ਨੇ, ਦਾਨ ਸਿੰਘ ਕੋਮਲ ਹੋਣਾ ਨੇ, ਕਿਤਾਬ ਦਾ ਨਾਂ ਹੈ ਵਿਰਸਾ ਖਾਲਸੇ ਦਾ। ਉਹਦੇ ਵਿੱਚ ਕਵਿਤਾਵਾਂ ਲਿਖਦੇ ਆ ਨਾ ਸੇਵਕ ਦੇ ਬਾਰੇ, ਸੇਵਾਦਾਰ ਦੇ ਬਾਰੇ ਬੜੇ ਸੋਹਣੇ ਬੋਲ ਲਿਖੇ ਨੇ। ਦੋ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਾਂ। ਉਹਨਾਂ ਦੀ ਕਵਿਤਾ ਦੇ ਬੋਲ ਨੇ, ਜਾਨਾਂ ਵਾਰੀਆਂ ਸੇਵਕਾਂ ਸੇਵਾ ਲਈ। ਯਾਦ ਰੱਖਿਓ ਜੀ, ਸੇਵਕਾਂ ਨੇ ਤਾਂ ਸੇਵਾ ਦੀ ਖਾਤਰ ਜਾਨਾਂ ਵੀ ਵਾਰੀਆਂ ਨੇ। ਜਾਨਾਂ ਵਾਰੀਆਂ ਸੇਵਕਾਂ ਸੇਵਾ ਲਈ। ਤੇ ਛੋਟੀ ਜੀ ਅਰਜ਼ ਇਤਿਹਾਸਕ ਪੱਖ ਤੋਂ ਤੁਹਾਡੇ ਅੱਗੇ ਰੱਖਣ ਲੱਗਾ। 4-5 ਸ਼ਬਦਾਂ ਨੂੰ ਚੇਤੇ ਰੱਖਿਓ। ਸਿੱਖ ਕੌਮ ਦਾ ਕਦੇ ਸਾਕਿਆਂ ਨਾਲ ਵਾਹ ਪੈਂਦਾ, ਕਦੇ ਘੱਲੂ ਘਾਰਿਆਂ ਨਾਲ ਵਾਹ ਪੈਂਦਾ, ਕਦੇ ਮੋਰਚਿਆਂ ਨਾਲ ਵਾਹ ਪੈਂਦਾ। ਯਾਦ ਰੱਖਿਓ ਜੀ, ਕਦੇ ਲਹਿਰਾਂ। ਜਦੋਂ ਤੁਸੀਂ ਆਪਣੇ ਇਤਿਹਾਸ ਦੇ ਪੰਨੇ ਪੜ੍ਹੋਗੇ, ਸਾਕਿਆਂ ਦਾ ਜ਼ਿਕਰ ਆਏਗਾ। ਧੰਨ ਗੁਰੂ ਅਰਜਨ ਸਾਹਿਬ ਦਾਤਾ ਜੀ ਦੀ ਸ਼ਹਾਦਤ ਵਾਲਾ ਸਾਕਾ,
ਜਿਸ ਅਸਥਾਨ ਤੇ ਆਪਾਂ ਬੈਠੇ ਹਾਂ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾਤਾ ਜੀ ਦੀ ਸ਼ਹਾਦਤ ਵਾਲਾ ਸਾਕਾ, ਸਰਹੰਦ ਵਾਲਾ ਸਾਕਾ, ਚਮਕੌਰ ਸਾਹਿਬ ਵਾਲਾ ਸਾਕਾ, ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਵਾਲਾ ਸਾਕਾ, ਬੇਅੰਤ ਸਾਕੇ ਨੇ। ਘੱਲੂ ਘਾਰੇ, ਕਦੇ ਵੱਡਾ ਘੱਲੂ ਘਾਰਾ, ਕਦੇ ਛੋਟਾ ਘੱਲੂ ਘਾਰਾ, ਕਦੇ ਤੀਜਾ ਘੱਲੂ ਘਾਰਾ, ਕਦੇ ਮੋਰਚੇ ਲੱਗਦੇ ਨੇ, ਕਦੇ ਪੰਜਾਬੀ ਸੂਬਾ ਮੋਰਚਾ ਲੱਗਦਾ ਹੈ, ਕਦੇ ਲਹਿਰਾਂ ਚੱਲਦੀਆਂ ਨੇ, ਕਦੇ ਸਿੰਘ ਸਭਾ ਲਹਿਰ ਚੱਲਦੀ ਹੈ, ਇੱਦਾਂ ਬੇਅੰਤ। ਅਤੇ ਸਾਕਿਆਂ ਦੇ ਵਿੱਚੋਂ ਇੱਕ ਛੋਟੀ ਜਿਹੀ ਅਰਜ਼ ਤੁਹਾਡੇ ਅੱਗੇ ਕਰਨ ਲੱਗਾ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਕਾ ਪੰਜਾ ਸਾਹਿਬ ਜੀ ਦਾ 100 ਸਾਲਾ ਸ਼ਤਾਬਦੀ ਜਿਹੜੀ ਹੈ ਅਕਤੂਬਰ ਦੇ ਮਹੀਨੇ ਵਿੱਚ ਮਨਾਈ ਜਾਣੀ ਹੈ। ਅਤੇ ਸਾਕਾ ਪੰਜਾ ਸਾਹਿਬ ਦੇ ਸਾਕੇ ਨੂੰ ਕਦੇ ਪੜ੍ਹ ਕੇ ਵੇਖੋ ਪਿਆਰਿਓ। ਜਾਨਾਂ ਵਾਰੀਆਂ ਸੇਵਕਾਂ ਸੇਵਾ ਲਈ, ਜਿਨ੍ਹਾਂ ਨੇ ਰੇਲ ਗੱਡੀ ਦੀ ਪਟੜੀ ਵਿੱਚ ਚੌਂਕੜਾ ਲਾ ਲਿਆ, ਜਿਹੜੇ ਕਦੇ ਗੁਰੂ ਨਾਨਕ ਦੇ ਉੱਤੇ ਓਬਜੈਕਸ਼ਨ ਕਰਦੇ ਸੀ ਕਿ ਧੰਨ ਗੁਰੂ ਨਾਨਕ ਸਾਹਿਬ ਦਾਤਾ ਜੀ ਨੇ ਵਲੀ ਕੰਧਾਰੀ ਦਾ ਰੇੜਿਆ ਹੋਇਆ ਪੱਥਰ ਕਿਵੇਂ ਰੋਕ ਲਿਆ ਪਿਆਰਿਓ। ਤੇ ਜਿਸ ਦਿਨ ਬਾਬੇ ਨਾਨਕ ਦੇ ਸਿੱਖਾਂ ਨੇ ਗੱਡੀ ਰੋਕ ਲਈ ਨਾ, ਚੌਂਕੜਾ ਲਾ ਕੇ ਰੇਲ ਗੱਡੀ ਦੀ ਪਟੜੀ ਵਿੱਚ ਬਹਿ ਕੇ, ਤੇ ਸ਼ੰਕਾ ਕਰਨ ਵਾਲਿਆਂ ਦੇ ਸ਼ੰਕੇ ਨਿਕਲ ਗਏ। ਹੱਥ ਜੋੜ ਕੇ ਕਹਿੰਦੇ ਨੇ, ਬਾਬਾ ਜੇ ਤੇਰੇ ਸਿੱਖ ਰੇਲ ਗੱਡੀ ਰੋਕ ਸਕਦੇ ਨੇ ਤੇ ਪੱਥਰ ਰੋਕਣਾ ਬਾਬਾ ਇਹ ਕਿਹੜਾ ਕੋਈ ਬਹੁਤੀ ਕਹਿੰਦੇ ਆ ਜੇ। ਧੰਨ ਗੁਰੂ ਨਾਨਕ ਸਾਹਿਬ ਸੱਚਿਆ ਪਾਤਸ਼ਾਹ, ਜੇ ਤੁਹਾਡੇ ਤੋਂ ਵਰਸਾਏ ਹੋਏ ਬਖਸ਼ਿਸ਼ ਪ੍ਰਾਪਤ ਗੁਰੂ ਕੇ ਸਿੱਖ ਰੇਲ ਗੱਡੀ ਦੀ ਪਟੜੀ ਵਿੱਚ ਬਹਿ ਕੇ ਰੇਲ ਗੱਡੀ ਨੂੰ ਰੋਕ ਸਕਦੇ ਨੇ, ਕਹਿੰਦੇ ਨੇ ਜਿਹੜੇ ਭੁੱਖੇ ਸਿੱਖ ਆ ਰਹੇ ਨੇ ਉਹਨਾਂ ਨੂੰ ਪ੍ਰਸ਼ਾਦਾ ਛਕਾ ਕੇ ਭੇਜਣੇ। ਜਾਨਾਂ ਵਾਰੀਆਂ ਸੇਵਕਾਂ ਸੇਵਾ ਲਈ, ਤਾਈਓ ਸੇਵਾ ਨੂੰ ਜੱਗ ਨੇ ਮੰਨਿਆ ਏ। ਓਏ ਸੇਵਾ ਘੱਟ ਨਹੀਂ ਰੱਬ ਦੀ ਬੰਦਗੀ ਤੋਂ, ਸੇਵਾਦਾਰਾਂ ਨੇ ਰੱਬ ਨੂੰ ਬੰਨਿਆ ਏ। ਜਾਨਾਂ ਵਾਰੀਆਂ ਸੇਵਕਾਂ ਨੇ, ਬੰਧਨ ਕਾਟ ਮੁਕਤ ਜਨ ਭਇਆ, ਬੰਧਨ ਕੱਟੇ ਗਏ, ਮੁਕਤ ਹੋ ਗਏ। ਜਨਮ ਮਰਨ ਦੁਖ ਭਰਮ ਗਿਆ, ਜੰਮਣਾ ਮਰਨਾ ਦੁੱਖ ਮੁੱਕ ਗਏ, ਭਟਕਣਾ ਮੁੱਕ ਗਈਆਂ, ਖਤਮ ਹੋ ਗਈਆਂ। ਇੱਛ ਪੁੰਨੀ ਪਰਮਾਤਮਾ ਨੇ ਸਾਰੀਆਂ ਇੱਛਾ ਪੂਰੀਆਂ ਕਰ ਦਿੱਤੀਆਂ। ਸ਼ਰਧਾ ਸਭ ਪੂਰੀ, ਸਾਰੀ ਜਿਹੜੀ ਮਨ ਵਿੱਚ ਸ਼ਰਧਾ ਸੀ ਅਕਾਲ ਪੁਰਖ ਪਰਮਾਤਮਾ ਨੇ ਉਹ ਵੀ ਪੂਰੀਆਂ ਕੀਤੀਆਂ ਨੇ। ਰਵ ਰਹਿਆ ਸਦ ਸੰਗ ਹਜੂਰੀ, ਹੁਣ ਐਡੀ ਵੱਡੀ ਬਖਸ਼ਿਸ਼ ਪ੍ਰਾਪਤ ਹੋ ਗਈ ਹੈ ਕਿ ਪਰਮਾਤਮਾ ਸਦਾ ਹੀ ਹਜੂਰ ਹੈ। ਹੁਣ ਤੇ ਸੇਵਕ ਕੀ ਕਹਿੰਦਾ ਭਲਾ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜੂਰ ਹੈ। ਹੁਣ ਤੇ ਸੇਵਕ ਕਹਿੰਦਾ ਜੈ ਜੈ ਪੇਖੋਂ ਤੈਂ ਹਜੂਰ, ਦੂਰ ਕਤੋਂ ਨਾ ਜਾਈ। ਹੁਣ ਤੇ ਸੇਵਕ ਕਹਿੰਦਾ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ, ਇਹ ਦਾਤ ਪ੍ਰਾਪਤ ਹੋ ਗਈ ਸਦਾ ਅੰਗ ਸੰਗੇ। ਰਵ ਰਹਿਆ ਸਦ ਸੰਗ ਹਜੂਰੀ, ਜਿਸ ਕਾ ਸਾ, ਜਿਸ ਪਰਮਾਤਮਾ ਦੇ ਸੀ ਜਿਹਦੇ ਸੀ ਉਹਨੇ ਆਪਣੇ ਨਾਲ ਮਿਲਾ ਲਿਆ, ਇੱਕ ਮਿਕ ਕਰ ਲਿਆ। ਹੁਣ ਇੱਕ ਮਿਕਤਾ ਦੀ ਦਾਤ ਪ੍ਰਾਪਤ ਹੋ ਗਈ। ਜਿਸ ਕਾ ਸਾ ਤਿਨ ਲੀਆ ਮਿਲਾਏ, ਨਾਨਕ ਭਗਤੀ ਨਾਮ ਸਮਾਏ। ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਉਹਦੀ ਭਗਤੀ ਵਿੱਚ, ਉਹਦੇ ਨਾਮ ਦੇ ਵਿੱਚ ਟਿਕ ਗਏ। ਜਿਹੜੇ ਟਿਕ ਗਏ ਨਾ, ਅਗਲੇ ਪਦੇ ਵਿੱਚ ਹੁਣ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਜੀ ਉਹਨਾਂ ਦਾ ਜ਼ਿਕਰ ਕਰਦੇ ਨੇ। ਟਿਕੇ ਹੋਏ, ਜਿਹੜੇ ਭਗਤੀ ਵਿੱਚ ਟਿਕੇ ਹੋਏ, ਜਿਹੜੇ ਨਾਮ ਵਿੱਚ ਟਿਕੇ ਹੋਏ, ਟਿਕੇ ਹੋਏ ਕਹਿੰਦੇ ਨੇ ਸੋ ਕਿਉਂ ਬਿਸਰੈ ਜੇ ਕਾਲ ਨਾ ਭਾਨੈ। ਚੌਥਾ ਪਦਾ ਜੀ, 20ਵੀਂ ਅਸ਼ਟਪਦੀ ਦਾ ਚੌਥਾ ਪਦਾ। ਉਹ ਪਰਮਾਤਮਾ ਕਿਉਂ ਵਿਸਰੇ, ਕਿਉਂ ਵਿਸਰਦਾ ਹੈ,
ਕਿਉਂ ਵਿਸਾਰਦਾ ਹੈ? ਜੇ ਘਾਲ ਨਾ ਭਾਨੈ। ਸੰਸਾਰ ਵਿੱਚ ਤੁਸੀਂ ਵਿਚਰਦਿਆਂ ਵੇਖਿਆ ਹੋ, ਅੱਜ ਦੇ ਸਮੇਂ ਵਿੱਚ ਜੇ ਕਿਸੇ ਬੰਦੇ ਦਾ ਭਲਾ ਕਰੀਏ ਤੇ ਬੰਦਾ ਕੀਤੇ ਹੋਏ ਭਲੇ ਨੂੰ ਭੁੱਲ ਜਾਂਦਾ ਹੈ। ਤੇ ਕਈ ਵਾਰ ਬੰਦਾ ਗਿਲਾ ਵੀ ਕਰਦਾ ਹੈ, ਮਨ ਅੰਦਰ ਰੋਸ ਵੀ ਕਰਦਾ ਹੈ, ਗਿਲਾ ਵੀ ਕਰਦਾ ਹੈ ਵੀ ਮੈਂ ਫਲਾਣੇ ਦਾ ਭਲਾ ਕੀਤਾ ਤੇ ਉਹਨੇ ਚੇਤੇ ਨਹੀਂ ਰੱਖਿਆ। ਉਹ ਭਲਿਆ ਹੈ ਤਾਂ ਰੱਬ ਦੇ ਕੀਤੇ ਹੋਏ ਭਲੇ ਨੂੰ ਚੇਤੇ ਨਹੀਂ ਰੱਖਦੇ, ਬੰਦਿਆਂ ਦੇ ਕੀਤੇ ਭਲਿਆਂ ਨੂੰ ਕਿੱਥੇ ਚੇਤੇ ਰੱਖਣਗੇ। ਤੁਸੀਂ ਕਈ ਵਾਰੀ ਇੱਕ ਛੋਟੀ ਜਿਹੀ ਸਾਖੀ ਤੁਹਾਡੇ ਨਾਲ ਸੰਖੇਪ ਰੂਪ 'ਚ ਸਾਂਝੀ ਕਰਦੇ ਹਾਂ। ਇੱਕ ਮਾਂ ਟੋਭੇ ਦੇ ਕੰਢੇ ਕੱਪੜੇ ਧੋਂਦੀ ਹੈ। ਉਦੋਂ ਪਾਣੀ ਦਾ ਪ੍ਰਬੰਧ ਇੱਦਾਂ ਨਹੀਂ ਸੀ ਜਿਵੇਂ ਅੱਜ ਕੱਲ੍ਹ ਹੈ। ਟੋਭੇ ਦੇ ਕੰਢੇ ਦੇ ਉੱਤੇ ਮਾਂ ਕੱਪੜੇ ਧੋਵੇ ਤੇ ਉਹਦਾ ਬੱਚਾ ਕੋਲ ਖੇਡਦਾ ਛੋਟਾ ਜਿਹਾ। ਮਾਂ ਕੱਪੜੇ ਧੋਂਦੀ ਹੈ ਤੇ ਬੱਚਾ ਕੋਲ ਖੇਡਦਾ ਖੇਡਦਾ ਟੋਭੇ ਦੇ ਵਿੱਚ ਡਿੱਗ ਪਿਆ। ਉਹਨੇ ਬੜੀ ਉੱਚੀ ਆਵਾਜ਼ਾਂ ਦਿੱਤੀਆਂ, ਕੋਈ ਮੇਰੇ ਬੱਚੇ ਨੂੰ ਬਚਾਓ, ਕੋਈ ਮੇਰੇ ਬੱਚੇ ਨੂੰ ਬਚਾਓ। ਕਹਿੰਦੇ ਕੋਲ ਕੋਈ ਸੱਜਣ ਰਾਹਗੀਰ ਲੰਘਦਾ ਸੀ ਜਿਹੜਾ ਵਿਦੇਸ਼ੋਂ ਆਇਆ ਸੀ। ਉਹਨੇ ਛਾਲ ਮਾਰ ਕੇ ਡੁੱਬਦੇ ਹੋਏ ਬੱਚੇ ਨੂੰ ਬਚਾਇਆ ਤੇ ਮਾਂ ਜੀ ਨੂੰ ਫੜਾਇਆ ਤੇ ਮਾਂ ਨੇ ਆਪਣਾ ਬੱਚਾ ਗਲ ਨਾਲ ਲਾਇਆ ਤੇ ਘਰ ਨੂੰ ਚਲੀ ਗਈ। ਉਹ ਵਿਦੇਸ਼ ਵਿੱਚੋਂ ਆਇਆ ਹੋਇਆ ਸੱਜਣ ਬੜਾ ਹੈਰਾਨ ਹੋਇਆ। ਕਹਿੰਦਾ ਅਸੀਂ ਤੇ ਉੱਥੇ ਕਿਸੇ ਦੀ ਡਿੱਗੀ ਹੋਈ ਚੀਜ਼ ਚੁੱਕ ਕੇ ਵੀ ਫੜਾਈਏ ਤੇ ਅਗਲਾ ਧੰਨਵਾਦ ਕਰਦਾ ਹੈ, ਥੈਂਕਸ ਕਰਦਾ ਹੈ, ਸ਼ੁਕਰ ਕਰਦਾ ਹੈ, ਸ਼ੁਕਰਾਨਾ ਕਰਦਾ ਹੈ, ਪਰ ਇਹਨੇ ਆਪਣੇ ਮੁੱਖ ਦੇ ਵਿੱਚੋਂ ਥੈਂਕਸ ਨਹੀਂ ਕਿਹਾ, ਧੰਨਵਾਦ ਨਹੀਂ ਕਿਹਾ। ਇੱਦਾਂ ਸੋਚਦਾ ਸੋਚਦਾ ਤੁਰਿਆ ਜਾਂਦਾ ਅੱਗੇ ਨੂੰ। ਅੱਗੇ ਕੋਈ ਗੁਰੂ ਕਾ ਸਿੱਖ, ਕੋਈ ਭਜਨ ਬੰਦਗੀ ਵਾਲਾ, ਕੋਈ ਕਮਾਈ ਵਾਲਾ, ਕੋਈ ਗੁਰੂ ਚਰਨਾਂ ਨਾਲ ਜੁੜਿਆ ਹੋਇਆ ਮਿਲਿਆ। ਉਹਦੇ ਚਿਹਰੇ ਵੱਲ ਵੇਖ ਕੇ ਕਹਿੰਦਾ ਕੀ ਸੋਚੀ ਜਾਂਦੇ ਹੋ? ਕਿਹੜੀਆਂ ਸੋਚਾਂ ਵਿੱਚ ਡੁੱਬੇ ਹੋ? ਕਿਹੜੀਆਂ ਸੋਚਾਂ 'ਚ ਪਏ ਹੋ? ਉਹਨੇ ਆਪਣੇ ਅੰਦਰ ਦਾ ਖਿਆਲਾਤ ਸਾਂਝਾ ਕਰਦਿਆਂ ਆਖਿਆ, ਕਹਿਣ ਲੱਗਾ ਕਿ ਕਿਸੇ ਦਾ ਬੱਚਾ ਪਾਣੀ ਵਿੱਚ ਡੁੱਬਦਾ ਸੀ। ਡੁੱਬਦੇ ਹੋਏ ਬੱਚੇ ਨੂੰ ਛਾਲ ਮਾਰ ਕੇ ਪਾਣੀ ਵਿੱਚੋਂ ਬਚਾਇਆ। ਮਾਂ ਨੇ ਬੱਚੇ ਨੂੰ ਆਪਣੇ ਗਲ ਨਾਲ ਲਾਇਆ, ਆਪਣੇ ਘਰ ਨੂੰ ਤੁਰਦੀ ਬਣੀ। ਉਹਨੇ ਮੇਰਾ ਥੈਂਕਸ ਨਹੀਂ ਕੀਤਾ, ਮੇਰਾ ਧੰਨਵਾਦ ਨਹੀਂ ਕੀਤਾ, ਉਹਨੇ ਸ਼ੁਕਰਾਨਾ ਨਹੀਂ ਕੀਤਾ। ਉਹ ਅੱਗੋਂ ਬੋਲ ਕੇ ਕਹਿੰਦਾ ਉਹ ਭਲਿਆ, ਇਹਨਾਂ ਦੀ ਖਾਤਰ ਤਾਂ ਕਲਗੀਆਂ ਵਾਲਾ 4 ਪੁੱਤਰ ਵਾਰ ਗਿਆ, ਇਹਨਾਂ ਨੇ ਤਾਂ ਕਈ ਵਾਰੀ ਉਹਨਾਂ ਦਾ ਵੀ ਸ਼ੁਕਰਾਨਾ ਨਹੀਂ ਕੀਤਾ। ਕਈ ਵਾਰੀ ਬੰਦਾ ਗੁਰੂ ਦਾ ਵੀ ਸ਼ੁਕਰਾਨਾ ਨਹੀਂ ਕਰਦਾ। ਪਿਆਰਿਓ ਯਾਦ ਰੱਖਿਓ, ਜਿੰਨਾ ਕੁ ਸ਼ੁਕਰਾਨਾ ਤੁਹਾਡੇ ਅੱਗੇ ਇੱਕ ਅਰਜ਼ ਕਰਾਂ ਪਿਆਰਿਓ, ਧੰਨ ਕਲਗੀਧਰ ਬਾਪੂ ਨੇ ਆਪਣਾ ਘਰ-ਬਾਰ ਆਨੰਦਪੁਰ ਸਾਹਿਬ ਨੂੰ ਛੱਡਿਆ। ਬਾਪੂ ਆਪਣਾ ਘਰ-ਬਾਰ ਛੱਡ ਗਿਆ, ਪਰ ਬਾਪੂ ਸਾਡੇ ਘਰ ਬਣਾ ਗਿਆ। ਦੂਜੀ ਅਰਜ਼ ਤੁਹਾਡੇ ਅੱਗੇ ਕਰਾਂ, ਧੰਨ ਕਲਗੀਧਰ ਬਾਪੂ ਗੁਰੂ ਗੋਬਿੰਦ ਸਿੰਘ ਸਾਹਿਬ ਦਾਤਾ ਜੀ ਮਹਾਰਾਜ 4 ਪੁੱਤਰਾਂ ਨੂੰ ਸ਼ਹੀਦ ਕਰਵਾ ਲਿਆ। 4 ਸਾਹਿਬਜ਼ਾਦੇ ਸ਼ਹੀਦ ਹੋ ਗਏ। ਬਾਪੂ ਨੇ ਆਪਣੀ ਗੋਦ ਖਾਲੀ ਕਰ ਲਈ, ਪਰ ਸਾਡੀਆਂ ਗੋਦਾਂ ਵਿੱਚ ਬਾਪੂ ਪੁੱਤ ਪੋਤਰੇ ਦੋਤਰੇ ਪਾ ਗਿਆ। ਦੇਣਾ ਨਹੀਂ ਦੇ ਸਕਦੇ ਕਲਗੀਧਰ ਬਾਪੂ ਜੀ ਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾਤਾ ਜੀ ਦਾ ਜਿੰਨਾ ਸ਼ੁਕਰਾਨਾ ਹੋ ਸਕੇ ਸੱਚੇ ਸਤਿਗੁਰੂ ਜੀ ਦਾ ਕਰਨਾ ਚਾਹੀਦਾ। ਤੇ ਸ਼ੁਕਰਾਨਾ ਇੱਦਾਂ ਹੈ, ਮੈਂ ਤੁਹਾਡੇ ਅੱਗੇ ਸ਼ੁਕਰਾਨੇ ਦੇ ਪਰਥਾਏ ਬਚਨ ਕਹਿ ਕੇ ਸ਼ਬਦ ਦੀ ਵਿਚਾਰ ਵੱਲ ਆਵਾਂ। ਸ਼ੁਕਰਾਨਾ ਇਵੇਂ ਹੈ ਜਿਵੇਂ ਆਪਾਂ ਬੈਂਕ ਦੇ ਵਿੱਚੋਂ ਕਿਸੇ ਬੰਦੇ ਨੇ ਲੋਨ ਲਿਆ ਹੋਵੇ ਤੇ ਸਮੇਂ ਸਿਰ ਉਹਦੀਆਂ ਕਿਸ਼ਤਾਂ ਵਾਪਸ ਕੀਤੀਆਂ ਹੋਣ। ਤੇ ਆਪਾਂ ਸਾਰੇ ਇਸ ਗੱਲ ਨੂੰ ਜਾਣਦੇ ਹਾਂ ਵੀ ਬੈਂਕ ਦੇ ਵਿੱਚ ਸਕੋਰ ਬਣਦੇ ਨੇ, ਬੈਂਕ ਦੇ ਵਿੱਚ ਸਕੋਰ ਬਣਦੇ ਨੇ ਵੀ ਇੰਨੇ ਪੁਆਇੰਟ ਬਣਦੇ ਨੇ ਵੀ ਇਸ ਬੰਦੇ ਨੇ ਕਰਜ਼ ਲਿਆ ਤੇ ਸਮੇਂ ਸਿਰ ਵਾਪਸ ਕੀਤਾ। ਜਦੋਂ ਦੁਬਾਰਾ ਫਿਰ ਬੰਦਾ ਲੋਨ ਲੈਣ ਲਈ ਗਿਆ ਨਾ, ਤੇ ਜਦੋਂ ਪਹਿਲਾ ਰਿਕਾਰਡ ਵੇਖਿਆ ਵੀ ਇਹਦਾ ਪਹਿਲਾ ਰਿਕਾਰਡ ਬਿਲਕੁਲ ਕਲੀਅਰ ਹੈ, ਬਹੁਤ ਵਧੀਆ, ਬੈਂਕ ਵਾਲੇ ਹੱਸ ਕੇ ਕਹਿੰਦੇ ਨੇ, ਸੱਜਣਾ ਪਹਿਲਾਂ ਇੰਨਾ ਲਿਆ ਸੀ, ਹੁਣ ਉਹਦੇ ਨਾਲੋਂ ਡਬਲ ਵੀ ਤੈਨੂੰ ਦੇ ਸਕਦੇ ਹਾਂ, ਕਿਉਂਕਿ ਤੂੰ ਪਹਿਲਾਂ ਸਮੇਂ ਸਿਰ ਵਾਪਸ ਕੀਤਾ ਹੈ। ਸ਼ੁਕਰਾਨਾ ਕੀ ਹੈ ਭਲਾ? ਸ਼ੁਕਰਾਨਾ ਹੈ ਮਾਲਕ ਨੇ ਸਾਨੂੰ ਦਾਤਾਂ ਦਿੱਤੀਆਂ। ਯਾਦ ਰੱਖਿਓ, ਮਾਲਕ ਨੇ ਸਾਨੂੰ ਦਾਤਾਂ ਦਿੱਤੀਆਂ।
ਅਸੀਂ ਪਰਤ ਕੇ ਮਾਲਕ ਦਾ ਸ਼ੁਕਰਾਨਾ ਜਿੰਨਾ ਕਰ ਸਕਦੇ ਹਾਂ ਕਰੋ। ਮੈਂ ਭਰੋਸੇ ਨਾਲ ਕਹਿੰਦਾ, ਜਿੰਨਾ ਮਾਲਕ ਦਾ ਸ਼ੁਕਰਾਨਾ ਵੱਧ ਤੋਂ ਵੱਧ ਕਰੋਗੇ, ਬਾਪੂ ਕਹੇਗਾ ਅੱਗੇ ਤੇ ਤੈਨੂੰ 4 ਦਾਤਾਂ ਦੇ ਕੇ ਤੋਰਿਆ ਸੀ, ਤੇਰਾ ਸ਼ੁਕਰਾਨਾ ਵੱਧ ਗਿਆ, ਤੈਨੂੰ ਮੈਂ ਹੁਣ 8 ਦਾਤਾਂ ਦੇ ਕੇ ਤੋਰਾਂਗਾ। ਪਿਆਰਿਓ, ਸ਼ੁਕਰਾਨਾ ਇਵੇਂ ਹੈ, ਜਿੰਨਾ ਕਰ ਸਕਦੇ ਹਾਂ ਮਾਲਕ ਦਾ ਸ਼ੁਕਰਾਨਾ ਕਰੀਏ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਸੰਸਾਰ ਵਿੱਚ ਬੰਦਿਆਂ ਦਾ ਸੁਭਾਅ ਹੈ, ਇਹ ਕਿਸੇ ਦੀ ਕੀਤੀ ਹੋਈ ਧਨ ਦੀ ਕਮਾਈ ਨੂੰ ਦੱਬ ਲੈਂਦੇ ਨੇ। ਬੰਦਾ ਕਿਸੇ ਦਾ ਹੱਕ ਮਾਰ ਜਾਂਦਾ ਹੈ, ਕਿਸੇ ਦੀ ਕੀਤੀ ਕਮਾਈ ਦੱਬ ਜਾਂਦਾ ਹੈ, ਕਿਸੇ ਦੀ ਕੀਤੀ ਹੋਈ ਘਾਲਣਾ ਕਮਾਈ ਨੂੰ ਘੁੱਟ ਜਾਂਦਾ ਹੈ। ਪਰ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ, ਉਹ ਪਰਮਾਤਮਾ ਕਦੇ ਨਾ ਭੁਲਾਈ ਜਿਹੜਾ ਕਿਸੇ ਦੀ ਕੀਤੀ ਹੋਈ ਘਾਲਣਾ ਨੂੰ ਮਾਰਦਾ ਨਹੀਂ। ਤੁਸੀਂ ਭਾਵੇਂ 5 ਮਿੰਟ ਗੁਰੂ ਦੇ ਚਰਨਾਂ 'ਚ ਬਹਿ ਕੇ ਜਾਂਦੇ ਹੋ, ਭਾਵੇਂ 10 ਮਿੰਟ ਜਾਂਦੇ ਹੋ, ਭਾਵੇਂ ਘੜੀ ਸੇਵਾ ਕਰਦੇ ਹੋ, ਭਾਵੇਂ ਅੱਧੀ ਘੜੀ ਸੇਵਾ ਕਰਦੇ ਹੋ, ਜਿੰਨੀ ਘਾਲਣਾ ਘਾਲ ਕੇ ਜਾਓਗੇ ਉਹਦਾ ਫਲ ਤੁਹਾਡੀ ਝੋਲੀ ਵਿੱਚ ਪੈਣਾ ਹੀ ਪੈਣਾ ਹੈ। ਉਹ ਵਿਸਰਨਾ ਨਹੀਂ ਚਾਹੀਦਾ। ਜਿਹੜੇ ਟਿਕੇ ਹੋਏ ਨੇ ਉਹ ਕਹਿੰਦੇ ਉਹ ਵਿਸਰਨਾ ਨਹੀਂ ਚਾਹੀਦਾ, ਉਹ ਭੁੱਲਣਾ ਨਹੀਂ ਚਾਹੀਦਾ। ਜਿਹੜਾ ਕਿਸੇ ਦੀ ਘਾਲਣਾ ਨਹੀਂ ਮਾਰਦਾ, ਕਿਸੇ ਦੀ ਮਿਹਨਤ ਅਜਾਈ ਨਹੀਂ ਜਾਣ ਦਿੰਦਾ, ਕਿਸੇ ਦੀ ਕਮਾਈ ਨੂੰ ਅਜਾਈ ਨਹੀਂ ਜਾਣ ਦਿੰਦਾ। ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨੈ, ਸੋ ਕਿਉਂ ਬਿਸਰੈ ਜੇ ਕੀਆ ਜਾਣੈ। ਜੋ ਕਿਸੇ ਦੀ ਕੀਤੀ ਹੋਈ ਕਮਾਈ ਨੂੰ ਚੇਤੇ ਰੱਖਦਾ, ਉਹਨੂੰ ਭੁਲਾਈ ਨਾ, ਉਹਨੂੰ ਚੇਤੇ ਰੱਖੀ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ, ਉਸ ਅਕਾਲ ਪੁਰਖ ਪਰਮਾਤਮਾ ਨੂੰ ਯਾਦ ਰੱਖੀ। ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ, ਜਿਸ ਪਰਮਾਤਮਾ ਨੇ ਸਭ ਕੁਛ ਦਿੱਤਾ ਹੋਵੇ। ਗੁਰਬਾਣੀ 'ਚੋਂ ਇੱਕ ਨੁਕਤਾ ਕਹਿ, ਫਿਰ ਵਿਚਾਰ ਵੱਲ ਆਉਂਦੇ ਹਾਂ। ਆਪਾਂ ਰੋਜ਼ਾਨਾ ਆਨੰਦ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਪੜ੍ਹਦੇ ਹਾਂ, ਸਾਰੇ ਕਿਰਪਾਲਤਾ ਕਰਿਓ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ। ਚੜ੍ਹਦੀ ਕਲਾ ਵਿੱਚ ਬੋਲੋ, ਘਰ ਤਾਂ ਤੇਰਾ ਸਭ ਕੁਛ ਹੈ। ਜੇ ਪੁੱਛੋ ਵੀ ਇਹ ਜਿਹੜਾ ਸਭ ਕੁਛ ਹੈ, ਜੇ ਅਸੀਂ ਆਪਣੀ ਝੋਲੀ ਵਿੱਚ ਪਵਾਉਣਾ ਹੋਵੇ ਤੇ ਦਾਤਾ ਜੀ ਕੀ ਕਰਨਾ ਪਏਗਾ? ਇਹ ਗੱਲ ਤੁਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੁੱਛਣੀ ਹੈ। ਤੇ ਸਤਿਗੁਰੂ ਜੀ ਆਵਾਜ਼ ਦੇ ਕੇ ਕਹਿਣਗੇ, ਜਾਂ ਕੈ ਸਿਮਰਨ ਸਭ ਕਛ ਪਾਈਐ। ਜੇ ਤੈਨੂੰ ਸਭ ਕੁਛ ਚਾਹੀਦਾ ਨਾ, ਤਾਂ ਪਰਮਾਤਮਾ ਦਾ ਸਿਮਰਨ ਨਾ ਛੱਡੀ। ਸਾਡੀ ਅਰਦਾਸ ਕਹਿੰਦੀ ਹੈ, ਆਓ ਅਰਦਾਸ ਵੱਲ। ਸਾਡੀ ਅਰਦਾਸ ਕਹਿੰਦੀ ਹੈ, ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਕਰੋ ਕਿਰਪਾ। ਵਾਹਿਗੁਰੂ 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 ਚਿੱਤ ਆਵੇ, ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜੇ ਤੈਨੂੰ ਸਾਰੇ ਸੁੱਖ ਚਾਹੀਦੇ ਨੇ, ਵਾਹਿਗੁਰੂ ਤੇਰੇ ਚੇਤੇ ਵਿੱਚੋਂ ਭੁੱਲਣਾ ਹੀ ਨਹੀਂ ਚਾਹੀਦਾ। ਸਾਡੀ ਅਰਦਾਸ ਨੇ ਬਖਸ਼ਿਸ਼ ਕੀਤੀ ਹੈ। ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ। ਉਸ ਪਰਮਾਤਮਾ ਨੂੰ ਕਦੇ ਵੀ ਭੁਲਾਈਏ ਨਾ, ਉਹ ਭੁੱਲ ਨਾ ਜਾਏ। ਉਹ ਕਿਉਂ ਭੁੱਲੇ? ਜਿਸ ਪਰਮਾਤਮਾ ਦਾ ਦਿੱਤਾ ਹੋਇਆ ਇਹ ਜੀਵਨ, ਇਹ ਜ਼ਿੰਦਗੀ, ਇਹ ਸਰੀਰ, ਇੱਕ ਇੱਕ ਅੰਗ ਸਹੀ ਸਲਾਮਤ ਜਿਹਨੇ ਸਾਨੂੰ ਬਖਸ਼ਿਸ਼ ਕੀਤਾ। ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ। ਮਾਂ ਦੇ ਉਦਰ ਦੀ ਅੱਗ ਵਿੱਚ ਵੀ ਜਿਹਨੇ ਸਾਨੂੰ ਰੱਖਿਆ ਹੈ। ਮਾਤ ਗਰਭ ਮਹਿ ਆਪਨ ਸਿਮਰਨ ਦੇ, ਉਹ ਭੁੱਲਣਾ ਨਹੀਂ ਚਾਹੀਦਾ। ਗੁਰ ਪ੍ਰਸਾਦ ਕੋ ਬਿਰਲਾ ਲਾਖੈ। ਗੁਰੂ ਦੀ ਕਿਰਪਾ ਸਦਕਾ ਕੋਈ ਵਿਰਲਾ ਹੀ ਇਸ ਗੱਲ ਨੂੰ ਸਮਝਦਾ ਹੈ। ਸੋ ਕਿਉਂ ਬਿਸਰੈ ਜੇ ਬਿਖ ਤੇ ਕਾਢੈ। ਬਿਖ ਦਾ ਇੱਥੇ ਅਰਥ ਵਿਦਵਾਨਾਂ ਨੇ ਕੀਤਾ ਹੈ, ਅੱਖਰੀ ਅਰਥ ਕਰੋ ਤੇ ਜ਼ਹਿਰ। ਬਿਖ ਦਾ ਭਾਵ ਅਰਥ ਕਰੋ ਤੇ ਮਾਇਆ। ਬਿਖ ਤੇ ਕਾਢੈ। ਬਿਖ ਕਿਹੜੀ? ਹੁਣ ਵੇਖੋ, ਸੱਚੀ ਸੁੱਚੀ ਕਿਰਤ ਨਾਲ
ਕਮਾਇਆ ਹੋਇਆ ਧਨ ਕਦੇ ਬਿਖ ਨਹੀਂ ਹੋ ਸਕਦਾ, ਕਿਸੇ ਦਾ ਹੱਕ ਮਾਰਿਆ ਹੋਵੇ ਉਹ ਬਿਖ ਹੋ ਸਕਦਾ ਹੈ। ਪਿਆਰਿਓ, ਸੋ ਕਿਉਂ ਬਿਸਰੈ ਜੇ ਬਿਖ ਤੇ ਕਾਢੈ, ਜਨਮ ਜਨਮ ਕਾ ਟੂਟਾ ਗੰਢ ਹੈ। ਜਨਮਾਂ ਜਨਮਾਂਤਰਾਂ ਦੀ ਟੁੱਟੀ ਹੋਈ ਗੰਢ ਜਿਹੜੀ ਹੈ ਪੈ ਜਾਂਦੀ ਹੈ, ਗੁਰੂ ਪਵਾ ਦਿੰਦਾ ਹੈ। ਗੁਰ ਸ਼ਬਦ ਨਾਲ, ਗੁਰਬਾਣੀ ਨਾਲ, ਪਰਮਾਤਮਾ ਨਾਲ ਗੰਢ ਪੈ ਜਾਂਦੀ ਹੈ। ਜਦੋਂ ਆਪਾਂ ਇਹ ਬਚਨ ਪੜ੍ਹਦੇ ਹਾਂ, ਸੰਪੂਰਨਤਾ ਵੱਲ ਆਈਏ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੁੜਿਆ ਮੇਲੇ ਪ੍ਰਭੂ। ਯਾਦ ਰੱਖਿਓ, ਸਤਿਗੁਰੂ ਜੀ ਪਰਮਾਤਮਾ ਨਾਲ ਟੁੱਟੀ ਹੋਈ ਗੰਢ ਸਾਡੀ ਪਵਾ ਦਿੰਦੇ ਨੇ, ਪੈ ਜਾਂਦੀ ਹੈ। ਗੁਰ ਸ਼ਬਦ ਨਾਲ ਪੈਣੀ ਹੈ, ਗੁਰਬਾਣੀ ਰਾਹੀਂ ਪੈਣੀ ਹੈ, ਪਏਗੀ। ਗੁਰ ਪੂਰੈ ਤਤ ਇਹ ਬੁਝਾਇਆ, ਪੂਰੇ ਗੁਰੂ ਨੇ ਇਹ ਗੱਲ ਸਮਝਾ ਦਿੱਤੀ, ਇਹ ਗੱਲ ਬੁਝਾ ਦਿੱਤੀ, ਪਰਮਾਤਮਾ ਕਦੇ ਨਹੀਂ ਭੁੱਲਣਾ ਚਾਹੀਦਾ। ਯਾਦ ਰੱਖ ਲਿਓ, ਪੂਰੇ ਗੁਰੂ ਨੇ ਇਹ ਗੱਲ ਸਮਝਾ ਦਿੱਤੀ, ਪਰਮਾਤਮਾ ਕਦੇ ਨਹੀਂ ਭੁੱਲਣਾ ਚਾਹੀਦਾ। ਗੁਰ ਪੂਰੈ ਤਤ ਇਹ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਤੇ ਆਇਆ। ਪੂਰੇ ਗੁਰੂ ਨੇ ਇਹ ਗੱਲ ਬੁਝਾ ਦਿੱਤੀ ਕਿ ਪਰਮਾਤਮਾ ਦਾ ਨਾਮ ਜਪਣਾ ਹੈ, ਪਰਮਾਤਮਾ ਨੂੰ ਧਿਆਉਣਾ ਹੈ। ਗੁਰਮੁਖੋ, ਸੇਵਕ ਤੋਂ ਗੱਲ ਆਰੰਭ ਹੋਈ। ਪ੍ਰਭ ਆਪਣਾ ਨਾਨਕ ਜਨ ਤੇ ਆਇਆ। ਜਿਹੜਾ ਸੇਵਕ ਹੈ ਉਹ ਧਿਆਉਂਦਾ ਵੀ ਹੈ। ਸਾਨੂੰ ਤੇ ਗੁਰਬਾਣੀ ਵਿੱਚ ਸਪਸ਼ਟ ਸਤਿਗੁਰੂ ਜੀ ਨੇ ਕਹਿ ਦਿੱਤਾ ਹੈ, ਸਤਿਗੁਰ ਕੀ ਸੇਵਾ ਸਫਲ ਹੈ। ਕਿਰਪਾ ਕਰ ਦਿਓ ਜੀ, ਸਤਿਗੁਰ ਕੀ ਸੇਵਾ। ਆਓ ਬਚਨ ਆਪਾਂ ਰਲ ਮਿਲ ਕੇ ਪੜ੍ਹੀਏ ਤੇ ਸੰਪੂਰਨਤਾ ਕਰੀਏ। ਜੇ ਕੋ ਕਰੈ ਚਿਤ ਲਾਏ, ਜੇ ਕੋ ਕਰੈ ਚਿਤ ਲਾਏ, ਜੇ ਕੋ ਜੇ ਕੋ ਕਰੈ ਚਿਤ ਲਾਏ, ਜੇ ਕੋ ਕਰੈ ਚਿਤ ਲਾਏ, ਜੇ ਕੋ ਸਤਿਗੁਰ ਕੀ ਸੇਵਾ ਸਫਲ ਹੈ, ਸਤਿਗੁਰ ਕੀ ਸੇਵਾ ਸਫਲ ਹੈ। ਜੇ ਕੋ ਕਰੈ ਚਿਤ ਲਾਏ, ਜੇ ਕੋ ਕਰੈ ਚਿਤ ਲਾਏ, ਜੇ ਕੋ ਕਰੈ ਚਿਤ। ਅਰਦਾਸ ਕਰੀਏ ਸੱਚੇ ਸਤਿਗੁਰੂ ਜੀ ਦੇ ਚਰਨਾਂ 'ਚ। ਸੱਚੇ ਸਤਿਗੁਰੂ ਜੀ ਕਿਰਪਾ ਕਰਿਓ, ਆਪ ਜੀ ਦੇ ਦਰ ਘਰ ਦੇ ਸੇਵਕ ਬਣ ਸਕੀਏ, ਚਿੱਤ ਲਾ ਕੇ ਸੇਵਾ ਵੀ ਕਰ ਸਕੀਏ ਤੇ ਸੇਵਾ ਕਰਦਿਆਂ ਕਰਦਿਆਂ ਨਾਲ ਨਾਲ ਰਸਨਾ ਤੋਂ ਨਾਮ ਵੀ ਜਪ ਸਕੀਏ। ਇੰਨੀ ਵਿਚਾਰ ਨਾਲ ਹਾਜ਼ਰੀ ਪ੍ਰਵਾਨ। ਭੁੱਲ ਚੁੱਕ ਦੀ ਖਿਮਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਗੁਰੂ ਕੀ ਸੰਗਤ ਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਪ੍ਰਬੰਧ ਦਾ ਧੰਨਵਾਦ ਕਰਦਾ ਹੋਇਆ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਦੇ ਹਾਂ। ਚੜ੍ਹਦੀ ਕਲਾ ਵਿੱਚ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।